ਡੇਰਿਆਂ ਦੇ ਪਰਵ ਦੇ ਅੰਤਿਮ ਦਿਨ ਵਿੱਚ ਸਾਨੂੰ ਇਹ ਪਵਿੱਤਰ ਪਰਬ ਮਨਾਉਣ ਦੀ ਇਜਾਜ਼ਤ ਦੇਣ ਲਈ ਮੈਂ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਧੰਨਵਾਦ ਦਿੰਦਾ ਹਾਂ। ਮੈਨੂੰ ਆਸ ਹੈ ਕਿ ਤੁਸੀਂ ਪਵਿੱਤਰ ਆਤਮਾ ਅਤੇ ਪਰਵ ਦੀ ਭਰਪੂਰ ਮਾਤਰਾ 'ਚ ਆਸ਼ੀਸ਼ ਪਾਓਗੇ। ਅੱਜ ਡੇਰਿਆਂ ਦੇ ਪਰਵ ਦੇ ਅੰਤਿਮ ਦਿਨ ਵਿੱਚ ਆਓ ਅਸੀਂ ਉਪਦੇਸ਼ ਸਿਰਲੇਖ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਆਸ਼ੀਸ਼ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰੀਏ। ਪਹਿਲਾਂ ਆਓ ਅਸੀਂ ਲੇਵੀਆ ਅਧਿਆਇ 23 ਉੱਤੇ ਇੱਕ ਨਜ਼ਰ ਪਾਈਏ। ਵਚਨ 33 ਉੱਤੇ ਇੱਕ ਨਜ਼ਰ ਪਾਈਏ। ਤਾਂ ਯਹੋਵਾ ਮੂਸਾ ਨਾਲ ਬੋਲਿਆ ਕਿ ਇਜ਼ਰਾਈਲੀਆਂ ਨੂੰ ਬੋਲ ਕਿ ਇਸੇ 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਯਹੋਵਾ ਦੇ ਅੱਗੇ 7 ਦਿਨ ਤੋੜੀ ਡੇਰਿਆਂ ਦਾ ਪਰਬ ਹੋਵੇ। ਪਹਿਲੇ ਦਿਨ ਨੂੰ ਪਵਿੱਤਰ ਮੇਲਾ ਹੋਵੇ। ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। 7 ਦਿਨ ਤੋੜੀ ਤੁਸੀਂ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਚੜਾਉਣੀ। 8ਵੇਂ ਦਿਨ, ਅੱਜ ਉਹੀ 8ਵਾਂ ਦਿਨ ਹੈ, ਤੁਹਾਡੇ ਲਈ ਪਵਿੱਤਰ ਮੇਲਾ ਹੋਵੇ ਅਤੇ ਤੁਸਾਂ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਚੜਾਉਣੀ। ਇਹ ਇੱਕ ਖਾਸ ਮੇਲੇ ਦਾ ਦਿਨ ਹੈ। ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। ਪੁਰਾਣੇ ਨੇਮ ਵਿੱਚ ਡੇਰਿਆਂ ਦੇ ਪਰਵ ਦੇ ਪਹਿਲੇ ਅਤੇ ਅੰਤਿਮ ਦਿਨ ਦੋਨਾਂ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਸੀ। ਆਓ ਅਸੀਂ ਡੇਰਿਆਂ ਦੇ ਪਰਵ ਦੇ ਅੰਤਿਮ ਦਿਨ ਬਾਰੇ ਭਵਿੱਖਬਾਣੀ ਜੋ ਨਮੂਨਾ ਹੈ ਅਤੇ ਨਵੇਂ ਨੇਮ ਵਿੱਚ ਪੂਰੀ ਹੋਈ ਇਸ ਦੀ ਅਸਲੀਅਤ ਦੇਖੀਏ। ਆਓ ਅਸੀਂ ਯਹੂਨਾ ਅਧਿਆਇ 7 ਵਚਨ 1 ਦੇਖੀਏ। ਇਹਦੇ ਪਿੱਛੋਂ ਪ੍ਰਭੂ ਯੀਸ਼ੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਹਨੇ ਯਹੂਦੀਆਂ ਵਿੱਚ ਫਿਰਨਾ ਨਾ ਚਾਹਿਆ। ਇਸ ਲਈ ਜੋ ਯਹੂਦੀ ਉਹਦੇ ਮਾਰ ਸੁੱਟਣ ਦੇ ਮਗਰ ਪਏ ਸਨ ਅਤੇ ਯਹੂਦੀਆਂ ਦਾ ਕਿਹੜਾ ਪਰਬ? ਡੇਰਿਆਂ ਦਾ ਪਰਬ ਨੇੜੇ ਸੀ। ਆਓ ਅਸੀਂ ਵਚਨ 14 ਉੱਤੇ ਜਾਈਏ। ਤਿਉਹਾਰ ਦੇ ਦਿਨ ਹੁਣ ਅੱਧੇ ਬੀਤ ਗਏ ਸਨ। ਉਹ ਪਰਬ ਦੇ ਲਗਭਗ ਅੱਧੇ ਦਿਨ ਸੀ। ਆਓ ਅਸੀਂ ਵਚਨ 37 ਉੱਤੇ ਜਾਈਏ। ਵਚਨ 37 ਵਿੱਚ ਲਿਖਿਆ ਹੈ, ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਅੱਜ ਇਹੀ ਦਿਨ ਹੈ। ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯੀਸ਼ੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ, ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਏ। ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ। ਯਹੂਨਾ ਅਧਿਆਇ 7 ਵਚਨ 37 ਵਿੱਚ ਇਹ ਵੀ ਲਿਖਿਆ ਹੈ, ਪਰਬ ਦੇ ਅੰਤਿਮ ਦਿਨ ਯੀਸ਼ੂ ਨੇ ਕਿਹਾ, ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਕਿਉਂਕਿ ਯੀਸ਼ੂ ਦੇ ਪਹਿਲੀ ਵਾਰ ਆਉਣ ਵੇਲੇ ਆਤਮਾ ਤੇ ਲਾੜੀ ਦੇ ਆਉਣ ਦਾ ਭਵਿੱਖਬਾਣੀ ਪੂਰਾ ਹੋਣ ਦਾ ਸਮਾਂ ਨਹੀਂ ਸੀ ਹੋਇਆ। ਇਸ ਲਈ ਪਿਤਾ ਜੀ ਨੇ ਇਕੱਲੇ ਇਸ ਧਰਤੀ ਉੱਤੇ ਆ ਕੇ ਕਿਹਾ, ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਪਰ ਪ੍ਰਕਾਸ਼ ਦੀ ਪੋਥੀ ਵਿੱਚ ਕੀ ਇਹ ਨਹੀਂ ਕਿਹਾ ਗਿਆ? ਆਤਮਾ ਤੇ ਲਾੜੀ ਕਹਿੰਦੇ ਹਨ, ਜਿਹੜਾ ਤਿਹਾਇਆ ਹੋਵੇ ਉਹ ਆਵੇ ਅਤੇ ਅੰਮ੍ਰਿਤ ਜਲ ਲਵੇ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਉੱਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਯੀਸ਼ੂ ਦੇ ਪਹਿਲੀ ਵਾਰ ਆਉਣ ਵੇਲੇ ਪਿਤਾ ਜੀ ਇਕੱਲੇ ਸੀ। ਦੂਸਰੀ ਵਾਰੀ ਆਉਣ ਵੇਲੇ ਪਿਤਾ ਪਰਮੇਸ਼ਵਰ ਮਾਤਾ ਪਰਮੇਸ਼ਵਰ ਦੇ ਨਾਲ ਆਏ। ਇਸ ਲਈ ਆਤਮਾ ਤੇ ਲਾੜੀ ਕਹਿੰਦੇ ਹਨ, ਆਓ ਅਤੇ ਅੰਮ੍ਰਿਤ ਜਲ ਲਵੋ। ਆਓ ਅਸੀਂ ਯਸ਼ਾਇਆ ਅਧਿਆਇ 55 ਵਚਨ 1 ਦੇਖੀਏ। ਓਏ ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਈ ਆਓ, ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ ਲੈ ਲਓ ਅਤੇ ਖਾ ਲਓ। ਆਓ ਬਿਨਾਂ ਚਾਂਦੀ ਬਿਨਾਂ ਮੁੱਲ ਮੱਧ ਤੇ ਦੁੱਧ ਲੈ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਦਿਆਈ ਨਾਲ ਤ੍ਰਿਪਤ ਹੋ ਜਾਵੇ। ਕੰਨ ਲਾਓ ਔਰ ਮੇਰੇ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। ਯਸ਼ਾਇਆ ਅਧਿਆਇ 55 ਵਿੱਚ ਜੀਵਨ ਜਲ ਦੀ ਨਦੀ ਕੋਲ ਆਓ ਬੋਲਣ ਵਾਲੇ ਸਿਰਫ ਪਰਮੇਸ਼ਰ ਹੋ ਸਕਦੇ ਹਨ। ਯਹੂਨਾ ਅਧਿਆਇ 7 ਵਚਨ 37 ਵਿੱਚ ਲਿਖਿਆ ਹੈ, ਜੋ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਆਤਮਾ ਤੇ ਲਾੜੀ ਕਹਿੰਦੇ ਹਨ, ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਇਸ ਲਈ ਜੋ ਜੀਵਨ ਦੇ ਜਲ ਕੋਲ ਆਓ ਕਹਿੰਦੇ ਹਨ, ਉਹ ਪਰਮੇਸ਼ਵਰ ਤੋਂ ਇਲਾਵਾ
ਹੋਰ ਕੋਈ ਨਹੀਂ ਹੋ ਸਕਦਾ। ਕਿ ਇਸ ਦਾ ਮਤਲਬ ਇਹ ਨਹੀਂ ਕਿ ਸਿਰਫ ਪਰਮੇਸ਼ਵਰ ਹੀ ਆਪਣੀਆਂ ਸੰਤਾਨਾਂ ਨੂੰ ਅੰਮ੍ਰਿਤ ਜਲ ਦੇ ਸਕਦੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਦੇ ਨਾਲ ਜਾਰੀ ਰੱਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 5। ਅਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ। ਅਤੇ ਉਹਨਾਂ ਆਖਿਆ, ਲਿਖ, ਕਿਉਂ ਜੋ ਇਹ ਬਚਨ ਨੇਚਾ ਜੋਗ ਅਤੇ ਸੱਤ ਹਨ। ਅਤੇ ਉਹਨ ਮੈਨੂੰ ਆਖਿਆ, ਹੋ ਗਿਆ ਹੈ, ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਕਤ ਪਿਆਵਾਂਗਾ। ਇਸ ਵਚਨ ਵਿੱਚ ਅੰਮ੍ਰਿਤ ਜਲ ਦੇਣ ਵਾਲਾ ਕੌਣ ਹੈ? ਕਿ ਉਹ ਸਾਡੇ ਪਰਮੇਸ਼ਵਰ ਨਹੀਂ ਜੋ ਅਲਫਾ ਤੇ ਓਮੇਗਾ, ਆਦ ਅਤੇ ਅੰਤ ਹਨ? ਜ਼ਰੂਰੀ ਤੌਰ ਤੇ ਅੰਮ੍ਰਿਤ ਜਲ ਦੇਣ ਵਾਲੇ ਸਿਰਫ ਸਾਡੇ ਪਰਮੇਸ਼ਵਰ ਹਨ। ਅੰਮ੍ਰਿਤ ਜਲ ਦੇਣ ਵਾਲੇ ਸੰਤ ਨਹੀਂ ਹੋ ਸਕਦੇ। ਬਾਈਬਲ ਕਹਿੰਦੀ ਹੈ ਕਿ ਉਹ ਸਿਰਫ ਪਰਮੇਸ਼ਵਰ ਹਨ ਜੋ ਸਾਰੀ ਮਨੁੱਖ ਜਾਤੀ ਨੂੰ ਅੰਮ੍ਰਿਤ ਜਲ ਦਿੰਦੇ ਹਨ। ਫਿਰ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਅੰਮ੍ਰਿਤ ਜਲ ਦੇਣ ਵਾਲੇ ਆਤਮਾ ਤੇ ਲਾੜੀ ਦੇ ਸੰਬੰਧ ਵਿੱਚ ਆਤਮਾ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ। ਫਿਰ ਲਾੜੀ ਕਿਸ ਨੂੰ ਦਰਸਾਉਂਦੀ ਹੈ? ਉਹ ਮਾਤਾ ਪਰਮੇਸ਼ਵਰ ਨੂੰ ਦਰਸਾਉਂਦੀ ਹੈ। ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਕੋਈ ਹੋਰ ਨਹੀਂ ਬਲਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਦੇਣਗੇ। ਆਓ ਅਸੀਂ ਯਹੂਨਾ ਅਧਿਆਇ 4 ਵਿੱਚ ਇੱਕ ਹੋਰ ਵਾਰ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਯਹੂਨਾ ਅਧਿਆਇ 4 ਵਚਨ 5 ਦੇਖੀਏ। ਉਹ ਸੁਖਾਰ ਨਾਮੇ ਸਾਮਰੀਆ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ। ਔਰ ਉੱਥੇ ਯਾਕੂਬ ਦਾ ਖੂਹ ਹੈ ਸੀ ਜੋ ਯੀਸ਼ੂ ਪੈੜੇ ਤੋਂ ਥੱਕ ਕੇ ਉਸ ਖੂਹ ਤੇ ਐਵੇਂ ਬੈਠ ਗਿਆ। ਉਹ ਦੁਪਹਿਰ ਕੁ ਦਾ ਵੇਲਾ ਸੀ। ਅੱਜ ਦੇ ਸਮੇਂ ਦੇ ਅਨੁਸਾਰ ਦੁਪਹਿਰ ਕੁ ਦਾ ਵੇਲਾ 12 ਵਜੇ ਨੂੰ ਸੰਕੇਤ ਕਰਦਾ ਹੈ। ਤਦ ਸਾਮਰੀਆ ਦੀ ਇੱਕ ਤੀਵੀ ਪਾਣੀ ਭਰਨੇ ਆਈ। ਯੀਸ਼ੂ ਨੇ ਉਹਨੂੰ ਆਖਿਆ, ਮੈਨੂੰ ਜਲ ਪਿਆ। ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ। ਤਾਂ ਉਸ ਸਾਮਰੀ ਤੀਵੀ ਨੇ ਉਹਨੂੰ ਆਖਿਆ, ਭਲਾ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀ ਹਾਂ ਪੀਣ ਨੂੰ ਕਿਵੇਂ ਮੰਗਦਾ ਹੈ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ। ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ, ਭਾਈ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਇੱਥੇ ਵਚਨ 10 ਵਿੱਚ ਅਸੀਂ ਇੱਕ ਬਹੁਤ ਹੀ ਜ਼ਰੂਰੀ ਸੰਦੇਸ਼ ਦੇਖ ਸਕਦੇ ਹਾਂ। ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ, ਭਾਈ ਮੈਨੂੰ ਜਲ ਪਿਆ, ਜੇਕਰ ਉਹ ਜਾਣਦੀ ਕਿ ਯੀਸ਼ੂ ਕੌਣ ਹੈ, ਤਦ ਉਹ ਕੀ ਕਰਦੀ? ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਫਿਰ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੀ ਨਹੀਂ ਹੈ ਬਲਕਿ ਪਰਮੇਸ਼ਵਰ ਹੀ ਹਨ ਜੋ ਸਾਨੂੰ ਅੰਮ੍ਰਿਤ ਜਲ ਦੇ ਸਕਦੇ ਹਨ। ਇਸ ਦੇ ਜ਼ਰੀਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਿਰਫ ਪਰਮੇਸ਼ਵਰ ਹੀ ਸਾਨੂੰ ਅੰਮ੍ਰਿਤ ਜਲ ਦੇ ਸਕਦੇ ਹਨ। ਪਰ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਆਤਮਾ ਅਤੇ ਲਾੜੀ ਅੰਮ੍ਰਿਤ ਜਲ ਦਿੰਦੇ ਹਨ। ਇਸ ਲਈ ਕਿ ਆਤਮਾ ਅਤੇ ਲਾੜੀ ਸਾਡੇ ਪਰਮੇਸ਼ਵਰ ਨਹੀਂ, ਅਸਲ ਵਿੱਚ ਉਹ ਸਾਡੇ ਅਨੰਤ ਪਰਮੇਸ਼ਵਰ ਅਰਥਾਤ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ। ਹੁਣ ਡੇਰਿਆਂ ਦੇ ਪਰਬ ਅਤੇ ਅੰਮ੍ਰਿਤ ਜਲ ਵਿਚਕਾਰ ਸੰਬੰਧ ਲਈ ਆਓ ਅਸੀਂ ਜ਼ਕਰਿਆ ਅਧਿਆਇ 14 ਵਚਨ 16 ਦੇਖੀਏ। ਇਉਂ ਹੋਵੇਗਾ ਕਿ ਹਰ ਇੱਕ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ, ਉਹ ਸਾਲ ਬਸਾਲ ਸੈਨਾ ਦੇ ਯਹੋਵਾ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨੂੰ ਜਾਣਗੀਆਂ। ਅਤੇ ਇਹ ਹੋਵੇਗਾ ਜਿਹੜਾ ਧਰਤੀ ਦੇ ਟੱਬਰਾਂ ਵਿੱਚੋਂ ਸੈਨਾ ਦੇ ਯਹੋਵਾ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨਾ ਆਵੇਗਾ, ਉਹਦੇ ਉੱਤੇ ਕੀ ਨਾ ਪਵੇਗਾ। ਮੀਂਹ ਕਿਸ ਨੂੰ ਦਰਸਾਉਂਦਾ ਹੈ? ਅੰਗਮੀ ਵਾਕ ਰੂਪ ਨਾਲ ਇਹ ਪਵਿੱਤਰ ਆਤਮਾ ਨੂੰ ਸੰਕੇਤ ਕਰਦਾ ਹੈ। ਉਹਦੇ ਉੱਤੇ ਮੀਂਹ ਨਾ ਪਵੇਗਾ। ਜੇ ਮਿਸਰ ਦਾ ਟੱਬਰ ਨਾ ਚੜੇਗਾ ਅਤੇ ਨਾ ਆਵੇਗਾ ਤਾਂ ਉਹਦੇ ਉੱਤੇ ਮੀਂਹ ਨਾ ਪਵੇਗਾ, ਸਗੋਂ ਅਜਾਬ ਪਵੇਗਾ, ਜਿਹਦੇ ਨਾਲ ਯਹੋਵਾ ਉਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜਿਹੜੀਆਂ ਉਤਾਹਾਂ ਨਾ ਚੜ੍ਹਦੀਆਂ ਭਾਈ ਡੇਰਿਆਂ ਦੇ ਪਰਬ ਨੂੰ ਮਨਾਉਣ। ਇਹ ਮਿਸਰ ਦੀ ਸਜ਼ਾ ਹੋਵੇਗੀ ਅਤੇ ਉਹਨਾਂ ਸਾਰੀਆਂ ਕੌਮਾਂ ਦੀ ਸਜ਼ਾ ਜਿਹੜੀਆਂ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨਾ ਜਾਣਗੀਆਂ। ਉਹ ਕੀ ਹੈ ਜੋ ਅਸੀਂ ਡੇਰਿਆਂ ਦੇ ਪਰਬ ਵਿੱਚ ਪਾ ਸਕਦੇ ਹਾਂ? ਅੰਮ੍ਰਿਤ ਜਲ ਅਤੇ ਪਵਿੱਤਰ ਆਤਮਾ ਪ੍ਰਾਪਤ ਕਰਨ ਦੇ ਤੱਥ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਪਰਬ ਡੇਰਿਆਂ ਦਾ ਪਰਬ ਹੈ। ਕਿ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਮੰਦਿਰ ਦੇ ਨਿਰਮਾਣ ਦਾ ਜਸ਼ਨ ਮਨਾਉਣ ਲਈ ਹੀ ਡੇਰਿਆਂ ਦਾ ਪਰਬ ਪ੍ਰਦਾਨ ਨਹੀਂ ਕੀਤਾ ਸੀ? ਇਸ ਲਈ
ਤੰਬੂ ਅਤੇ ਡੇਰਿਆਂ ਦਾ ਪਰਬ ਨੇੜਿਓਂ ਸੰਬੰਧਿਤ ਹੈ। ਆਓ ਅਸੀਂ ਹਿਜਕੀਲ ਅਧਿਆਇ 47 ਵਿੱਚ ਇਹ ਪੁਸ਼ਟੀ ਕਰੀਏ ਕਿ ਤੰਬੂ, ਅੰਮ੍ਰਿਤ ਜਲ ਅਤੇ ਡੇਰਿਆਂ ਦਾ ਪਰਬ ਨੇੜਿਓਂ ਸੰਬੰਧਿਤ ਹੈ। ਆਓ ਅਸੀਂ ਹਿਜਕੀਲ ਅਧਿਆਇ 47 ਵਚਨ 1 ਦੇਖੀਏ। ਫਿਰ ਉਹ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ। ਇੱਥੇ ਲਿਖਿਆ ਹੈ ਪਾਣੀ ਭਵਨ ਤੋਂ ਨਿਕਲ ਰਿਹਾ ਸੀ। ਇਹ ਪਾਣੀ ਕੀ ਹੈ? ਇਸ ਨੂੰ ਸਮਝਣ ਲਈ ਸਿਰਫ ਇਸ ਭਾਗ ਨੂੰ ਪੜ੍ਹਨਾ ਕਾਫੀ ਨਹੀਂ ਹੈ, ਪਰ ਜੇਕਰ ਅਸੀਂ ਹੇਠਾਂ ਆਇਤਾਂ ਨੂੰ ਪੜ੍ਹੀਏ ਤਦ ਸਮਝ ਸਕਦੇ ਹਾਂ ਕਿ ਅੰਮ੍ਰਿਤ ਜਲ ਭਵਨ ਤੋਂ ਵਗ ਰਿਹਾ ਹੈ। ਆਓ ਅਸੀਂ ਵਚਨ 2 ਦੇ ਨਾਲ ਜਾਰੀ ਰੱਖੀਏ। ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲਿਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ, ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ, ਅਰਥਾਤ ਚੜ੍ਹਦੇ ਮੂੰਹ ਵਾਲੇ ਫਾਟਕ ਤੇ। ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ ਅਤੇ ਇਸ ਮਨੁੱਖ ਨੇ, ਜਿਹਦੇ ਹੱਥ ਵਿੱਚ ਫੀਤਾ ਸੀ, ਪੂਰਬ ਵੱਲ ਵੱਧ ਕੇ 1000 ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੀਕਰ ਸੀ। ਫਿਰ ਉਹਨੇ 1000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੀਕਰ ਸੀ। ਫਿਰ ਉਸਨੇ 1000 ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੀਕਰ ਸੀ। ਫਿਰ ਉਹਨੇ 1000 ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹਨੂੰ ਪਾਰ ਨਹੀਂ ਕਰ ਸਕਦਾ ਸਾਂ, ਕਿਉਂ ਜੋ ਪਾਣੀ ਚੜ੍ਹ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ ਜਿਹਨੂੰ ਪਾਰ ਕਰਨਾ ਅਸੰਭਵ ਸੀ। ਤਾਂ ਉਹਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲ ਦੇ ਕੰਢੇ ਤੇ ਮੋੜ ਲਿਆਂਦਾ। ਜਦੋਂ ਮੈਂ ਮੁੜ ਕੇ ਪੁੱਜਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ। ਤਦ ਉਹਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ। ਅਤੇ ਇਹ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ, ਹਰ ਇੱਕ ਜਲ ਜੰਤੂ ਜੋ ਬਹੁਤ ਸਾਰੇ ਹਨ ਜਿਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ, ਉੱਥੇ ਕੀ ਜੀਵਨ ਬਖਸ਼ਣਗੇ। ਫਿਰ ਇਹ ਪਾਣੀ ਕੀ ਹੈ? ਕਿਉਂਕਿ ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ, ਜੀਵਨ ਬਖਸ਼ਣਗੇ। ਫਿਰ ਕੀ ਇਹ ਪਾਣੀ ਅੰਮ੍ਰਿਤ ਜਲ ਨਹੀਂ? ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨਾਲੇ ਦਾ ਨਾਮ ਕੀ ਹੋਣਾ ਚਾਹੀਦਾ ਹੈ? ਇਹ ਅੰਮ੍ਰਿਤ ਜਲ ਦਾ ਨਾਲਾ ਹੈ। ਸੋ ਜਿੱਥੇ ਕਿਤੇ ਇਹ ਨਾਲੇ ਪੁੱਜਣਗੇ, ਜੀਵਨ ਬਖਸ਼ਣਗੇ। ਆਓ ਅਸੀਂ ਵਚਨ 10 ਦੇਖੀਏ। ਅਤੇ ਇਹ ਹੋਵੇਗਾ ਕਿ ਮਾਛੀ ਉਹਦੇ ਕੰਢੇ ਤੇ ਖਲੋਤੇ ਰਹਿਣਗੇ, ਐਨ ਗਦੀ ਤੋਂ ਲੈ ਕੇ ਐਨ ਅਗਲੀਮ ਤੀਕਰ। ਜਾਲ ਸੁੱਟਣ ਦੇ ਘਾਟ ਹੋਣਗੇ। ਉਹਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂ ਬਹੁਤ ਹੋਣਗੀਆਂ, ਪਰੰਤੂ ਉਹਦੀਆਂ ਚਿੱਕੜ ਵਾਲੀਆਂ ਤੇ ਜਿੱਲਣ ਵਾਲੀਆਂ ਜਗ੍ਹਾ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ। ਉਹ ਲੂਣ ਵਾਲੀਆਂ ਹੀ ਰਹਿਣਗੀਆਂ। ਅਤੇ ਨਾਲੇ ਦੇ ਨੇੜੇ ਉਹਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਨ੍ਹਾਂ ਦੇ ਪੱਤਰ ਕਦੇ ਨਾ ਮੁੱਕਣਗੇ ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਸੁੱਕਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ ਜਿਹੜੇ ਕਿੱਥੋਂ ਦੀ? ਪਵਿੱਤਰ ਅਸਥਾਨ ਵਿੱਚੋਂ ਤੁਰਦੇ ਹਨ। ਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ। ਅੰਮ੍ਰਿਤ ਜਲ ਸਾਰੀ ਮਨੁੱਖ ਜਾਤੀ ਨੂੰ ਬਚਾਉਂਦਾ ਹੈ। ਇਹ ਕਿੱਥੋਂ ਨਿਕਲਦਾ ਹੈ? ਇਹ ਪਵਿੱਤਰ ਅਸਥਾਨ ਤੋਂ ਨਿਕਲਦਾ ਹੈ। ਜਿੱਥੇ ਕਿਤੇ ਇਹ ਅੰਮ੍ਰਿਤ ਜਲ ਵਗਦਾ ਹੈ, ਉਸ ਤੋਂ ਮਰ ਰਹੇ ਲੋਕ ਜੀਣ ਲੱਗਦੇ ਹਨ। ਹਿਜਕੀਲ ਅਧਿਆਇ 47 ਵਿੱਚ ਲਿਖਿਆ ਹੈ ਕਿ ਇਹ ਪਾਣੀ ਪਵਿੱਤਰ ਅਸਥਾਨ ਵਿੱਚੋਂ ਨਿਕਲਦਾ ਹੈ। ਇਸ ਵਚਨ ਤੋਂ ਪਰਮੇਸ਼ਵਰ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸੁਰਾਗ ਦੇ ਰਹੇ ਹਨ। ਆਓ ਅਸੀਂ ਜ਼ਕਰਿਆ ਅਧਿਆਇ 14 ਕੱਢੀਏ। ਜ਼ਕਰਿਆ ਅਧਿਆਇ 14 ਵਚਨ 7। ਪਰ ਇੱਕ ਦਿਨ ਹੋਵੇਗਾ ਜਿਹਨੂੰ ਯਹੋਵਾ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ, ਪਰ ਸ਼ਾਮਾਂ ਦੇ ਵੇਲੇ ਚਾਨਣ ਹੋਵੇਗਾ। ਉਸ ਦਿਨ ਇਹ ਹੋਵੇਗਾ ਕਿ ਕਿੱਥੋਂ ਵਗਦਾ ਹੋਇਆ ਜਲ ਨਿਕਲੇਗਾ? ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ। ਹਿਜਕੀਲ ਅਧਿਆਇ 47 ਕੀ ਕਹਿੰਦਾ ਹੈ ਕਿ ਜਲ ਕਿੱਥੋਂ ਨਿਕਲਿਆ ਹੈ? ਪਵਿੱਤਰ ਅਸਥਾਨ ਅਤੇ ਯਰੂਸ਼ਲਮ ਵਿਚਕਾਰ ਇੱਕ ਬਹੁਤ ਹੀ ਜ਼ਰੂਰੀ ਸੰਬੰਧ ਹੈ। ਮੂਲ ਰੂਪ ਵਿੱਚ ਇਹਨਾਂ ਦੋ ਵਚਨਾਂ ਦਾ ਇੱਕ ਹੀ ਮਤਲਬ ਹੈ। ਤੰਬੂ ਦੀ ਅਸਲੀਅਤ ਨੂੰ ਪਰਮੇਸ਼ਵਰ ਜ਼ਕਰਿਆ ਅਧਿਆਇ 14 ਵਚਨ 8 ਵਿੱਚ ਪ੍ਰਗਟ ਕਰਦੇ ਹਨ। ਉਸ ਦਿਨ ਇਹ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ, ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਦੇ ਸਮੁੰਦਰ ਵਿੱਚ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ। ਅੰਮ੍ਰਿਤ ਜਲ ਸਾਨੂੰ ਸਿਰਫ ਕੌਣ ਦੇ ਸਕਦੇ ਹਨ?
ਅੰਮ੍ਰਿਤ ਜਲ ਦਾ ਸੋਤਾ ਕੌਣ ਹੈ? ਅੰਮ੍ਰਿਤ ਜਲ ਦਾ ਸੋਤਾ ਯਰੂਸ਼ਲਮ ਹੈ। ਫਿਰ ਸਾਡੇ ਲਈ ਅੰਮ੍ਰਿਤ ਜਲ ਦਾ ਸੋਤਾ ਅਰਥਾਤ ਯਰੂਸ਼ਲਮ ਨੂੰ ਲੱਭਣਾ ਲਾਜ਼ਮੀ ਹੈ। ਪਰਮੇਸ਼ਵਰ ਨੇ ਬਾਈਬਲ ਵਿੱਚ ਸਾਰੇ ਵਚਨਾਂ ਨੂੰ ਜੋੜਿਆ ਹੈ ਤਾਂ ਜੋ ਪਰਮੇਸ਼ਵਰ ਦੇ ਲੋਕ ਉਹਨਾਂ ਨੂੰ ਲੱਭ ਕੇ ਪਰਮੇਸ਼ਵਰ ਕੋਲ ਆ ਸਕਣ। ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 26 ਦੇਖੀਏ। ਪਰ ਯਰੂਸ਼ਲਮ ਜੋ ਉਤਾਂਹ ਹੈ, ਅੰਮ੍ਰਿਤ ਜਲ ਕਿੱਥੋਂ ਵਗਦਾ ਹੈ? ਯਰੂਸ਼ਲਮ ਤੋਂ। ਇੱਥੇ ਵਚਨ 26 ਵਿੱਚ ਕਿਹਾ ਗਿਆ ਹੈ, ਪਰ ਯਰੂਸ਼ਲਮ ਜੋ ਉਤਾਂਹ ਹੈ ਉਹ ਆਜ਼ਾਦ ਹੈ। ਉਹ ਸਾਡੀ ਕੌਣ ਹੈ? ਮਾਤਾ ਹੈ। ਇਹ ਵਚਨ ਸਾਨੂੰ ਸਿਖਾਉਂਦਾ ਹੈ ਕਿ ਮਾਤਾ ਪਰਮੇਸ਼ਵਰ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਹੋਸ਼ਿਆ ਅਧਿਆਇ 6 ਵਿੱਚ ਪਿਤਾ ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਪਿਛਲੇ ਮੀਂਹ ਦਾ ਪਵਿੱਤਰ ਆਤਮਾ ਪਾਉਣ ਲਈ ਪਰਮੇਸ਼ਵਰ ਦਾ ਗਿਆਨ ਰੱਖਣਾ ਜ਼ਰੂਰੀ ਹੈ। ਸਾਨੂੰ ਪਿਤਾ ਪਰਮੇਸ਼ਵਰ ਨੂੰ ਜਾਣਨਾ ਚਾਹੀਦਾ ਹੈ, ਪਰ ਸਾਨੂੰ ਹੋਰ ਕਿਸ ਦੇ ਬਾਰੇ ਵੀ ਜਾਣਨਾ ਚਾਹੀਦਾ ਹੈ? ਸਾਨੂੰ ਮਾਤਾ ਪਰਮੇਸ਼ਵਰ ਨੂੰ ਵੀ ਜਾਣਨਾ ਅਤੇ ਸਵੀਕਾਰ ਕਰਨਾ ਚਾਹੀਦਾ ਹੈ। ਸਿਰਫ ਉਸ ਵੇਲੇ ਹੀ ਸਾਰੀ ਮਨੁੱਖ ਜਾਤੀ ਉਸ ਰਾਹ ਤੇ ਆ ਸਕਦੀ ਹੈ ਜੋ ਸਦੀਪਕ ਜੀਵਨ ਨੂੰ ਪਹੁੰਚਾਉਂਦਾ ਹੈ। ਜਦੋਂ ਲੋਕਾਂ ਦੀਆਂ ਆਤਮਾਵਾਂ ਤਿਹਾਈਆਂ ਦੁਖੀ, ਬੇਚੈਨ ਅਤੇ ਥੱਕੀਆਂ ਹੋਈਆਂ ਹੁੰਦੀਆਂ ਹਨ, ਫਿਰ ਉਹ ਕਿਸ ਦੇ ਕੋਲ ਜਾ ਕੇ ਆਰਾਮ ਪਾ ਸਕਦੀਆਂ ਹਨ? ਉਹਨਾਂ ਨੂੰ ਯਰੂਸ਼ਲਮ ਸਾਡੀ ਸਵਰਗੀ ਮਾਤਾ ਜੀ ਕੋਲ ਆਉਣਾ ਚਾਹੀਦਾ ਹੈ। ਕੀ ਯਸ਼ਾਇਆ ਦੀ ਕਿਤਾਬ ਵਿੱਚ ਭਵਿੱਖਬਾਣੀ ਨਹੀਂ ਕੀਤੀ ਗਈ ਕਿ ਸਵਰਗੀ ਮਾਤਾ ਜੀ ਤੋਂ ਸਾਨੂੰ ਸ਼ਾਂਤੀ ਮਿਲੇਗੀ ਅਤੇ ਉਹਨਾਂ ਵਿੱਚ ਹੀ ਅਸੀਂ ਆਰਾਮ ਦਾ ਆਨੰਦ ਲੈ ਸਕਦੇ ਹਾਂ? ਯਸ਼ਾਇਆ ਅਧਿਆਇ 66 ਵਚਨ 10, ਯਰੂਸ਼ਲਮ ਨਾਲ ਨਿਹਾਲ ਹੋਵੋ। ਇੱਥੇ ਯਰੂਸ਼ਲਮ ਕਿਹਨੂੰ ਸੰਕੇਤ ਕਰਦਾ ਹੈ? ਸਾਡੀ ਸਵਰਗੀ ਮਾਤਾ ਨੂੰ। ਯਰੂਸ਼ਲਮ ਨਾਲ ਨਿਹਾਲ ਹੋਵੋ, ਉਸ ਨਾਲ ਬਾਗ-ਬਾਗ ਹੋਵੋ। ਹੇ ਉਸ ਦੇ ਸਾਰੇ ਪ੍ਰੇਮੀਓ, ਹੇ ਉਸ ਦੇ ਸਾਰੇ ਸੋਗੀਓ, ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ ਤਾਂ ਜੋ ਤੁਸੀਂ ਚੁੰਗੋ ਅਤੇ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਨਾਲ ਰੱਜ ਜਾਓ। ਭਈ ਤੁਸੀਂ ਨਪਿੱਤੋ ਅਤੇ ਉਸ ਦੀ ਸ਼ਾਨ ਦੀ ਵਾਫਰੀ ਨਾਲ ਆਪ ਨੂੰ ਮਗਨ ਕਰੋ। ਸਾਨੂੰ ਸ਼ਾਂਤੀ ਕਿੱਥੇ ਮਿਲੇਗੀ? ਯਰੂਸ਼ਲਮ ਤੋਂ। ਇਸ ਲਈ ਜਦੋਂ ਕਦੀ ਇਜ਼ਰਾਈਲੀਆਂ ਨੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ, ਤਦ ਉਹਨਾਂ ਨੇ ਹਮੇਸ਼ਾ ਯਰੂਸ਼ਲਮ ਵੱਲ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਦੀ ਆਰਾਧਨਾ ਵੀ ਯਰੂਸ਼ਲਮ 'ਚ ਹੀ ਕੀਤੀ। ਆਓ ਅਸੀਂ ਵਚਨ 13 ਦੇਖੀਏ। ਯਹੋਵਾ ਤਾਂ ਇਉਂ ਆਖਦਾ ਹੈ, ਵੇਖੋ ਮੈਂ ਭਾਗਵਾਨੀ ਦਰਿਆ ਵਾਂਗੂ ਅਤੇ ਕੌਮਾਂ ਦਾ ਮਾਲ ਤਾਂ ਨਦੀ ਦੇ ਹੜ ਵਾਂਗੂ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਗੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ। ਉਸ ਵਾਂਗੂ ਜਿਹਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ ਅਤੇ ਤੁਸੀਂ ਯਰੂਸ਼ਲਮ ਵਿੱਚ ਦਿਲਾਸਾ ਪਾਓਗੇ। ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਗੂ ਵਧਣਗੀਆਂ ਅਤੇ ਮਾਲੂਮ ਹੋ ਜਾਵੇਗਾ ਪਰ ਯਹੋਵਾ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਗਜ਼ਬ ਆਪਣੇ ਵੈਰੀਆਂ ਉੱਤੇ। ਸਿਰਫ ਉਸ ਵੇਲੇ ਜਦੋਂ ਅਸੀਂ ਸਵਰਗੀ ਮਾਤਾ ਜੀ ਨੂੰ ਲੱਭਦੇ ਅਤੇ ਸਮਝਦੇ ਹਾਂ ਕਿ ਉਹ ਕੌਣ ਹੈ, ਸਦੀਪਕ ਮੌਤ ਤੋਂ ਬਚ ਕੇ ਜੀਵਨ ਨੂੰ ਪਹੁੰਚ ਸਕਦੇ ਹਾਂ। ਅੱਜ ਧਰਤੀ ਉੱਤੇ ਅਨੇਕ ਲੋਕ ਮਾਤਾ ਪਰਮੇਸ਼ਰ ਨੂੰ ਪਹਿਚਾਨਣ ਵਿੱਚ ਅਸਫਲ ਹੁੰਦੇ ਹਨ ਕਿਉਂਕਿ ਉਹ ਅੰਮ੍ਰਿਤ ਜਲ ਦਾ ਸੋਤਾ ਅਰਥਾਤ ਪਰਮੇਸ਼ਰ ਨੂੰ ਨਹੀਂ ਪਹਿਚਾਨਦੇ। ਇਸ ਲਈ ਉਹ ਉਹਨਾਂ ਨੂੰ ਲੱਭ ਨਹੀਂ ਸਕਦੇ। ਪਰ ਪਰਮੇਸ਼ਰ ਨੇ ਸਿਯੋਨ ਵਿੱਚ ਆਪਣੀਆਂ ਸਾਰੀਆਂ ਸੰਤਾਨਾਂ ਨੂੰ ਮਾਤਾ ਪਰਮੇਸ਼ਰ ਨੂੰ ਪਹਿਚਾਨਣ ਦਿੱਤਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕਰਦੇ ਹੋਏ ਪਰਮੇਸ਼ਰ ਨੇ ਜੋ ਸਾਨੂੰ ਦਿੱਤਾ ਹੈ ਉਸ ਨੂੰ ਅਨੇਕ ਲੋਕਾਂ ਨਾਲ ਸਾਂਝਾ ਕਰੀਏ। ਪ੍ਰਚਾਰ ਕਰਦੇ ਹੋਏ ਅਸੀਂ ਉਹਨਾਂ ਨਾਲ ਪਵਿੱਤਰ ਆਤਮਾ ਵੰਡ ਰਹੇ ਹਾਂ। ਸਾਨੂੰ ਦਿੱਤੀਆਂ ਗਈਆਂ ਪਿਤਾ ਜੀ ਦੀਆਂ ਸਿੱਖਿਆਵਾਂ ਵਿੱਚ ਅਸੀਂ ਪਵਿੱਤਰ ਆਤਮਾ ਦਾ ਅੰਦੋਲਨ, ਉਹਨਾਂ ਦੀ ਇਹ ਸਿੱਖਿਆ ਪਾ ਸਕਦੇ ਹਾਂ। ਹੁਣ ਅਸੀਂ ਪਵਿੱਤਰ ਆਤਮਾ ਦੇ ਉਸ ਅੰਦੋਲਨ ਨੂੰ ਚਲਾ ਰਹੇ ਹਾਂ। ਜਦੋਂ ਅਸੀਂ ਲੋਕਾਂ ਨੂੰ ਸਵਰਗੀ ਮਾਤਾ ਜੀ ਬਾਰੇ ਸਿਖਾਉਂਦੇ ਹਾਂ ਅਤੇ ਉਹਨਾਂ ਨੂੰ ਮਾਤਾ ਜੀ ਦੀਆਂ ਬਾਹਾਂ ਵਿੱਚ ਲਿਆਉਂਦੇ ਹਾਂ, ਉਸ ਵੇਲੇ ਜੇਕਰ ਜੀਵਨ ਦਾ ਜਲ ਉਹਨਾਂ ਦੇ ਦਿਲ ਤੱਕ ਪਹੁੰਚੇਗਾ ਫਿਰ ਕੀ ਹੋਵੇਗਾ? ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਜਿੱਥੇ ਕਿਤੇ ਜੀਵਨ ਦਾ ਜਲ ਜਾਏ ਉੱਥੇ ਹਰ ਕੋਈ ਜੀਏਗਾ। ਫਿਰ ਇਸ ਲਈ ਸਾਨੂੰ ਪਵਿੱਤਰ ਸਥਾਨ ਨਾਲ ਜੁੜੇ ਮਾਮਲਿਆਂ ਨੂੰ ਵੀ ਸਪਸ਼ਟ ਰੂਪ ਨਾਲ ਸਮਝਣਾ ਚਾਹੀਦਾ ਹੈ। ਪਵਿੱਤਰ ਸਥਾਨ ਦੇ ਦੋ ਮੁੱਖ ਭਾਗ ਹਨ। ਬਾਹਰੋਂ ਵੇਖਣ ਤੇ ਪਵਿੱਤਰ ਸਥਾਨ ਇੱਕ ਹੀ ਭਵਨ ਲੱਗਦਾ ਹੈ, ਪਰ ਅੰਦਰੂਨੀ ਦੋ ਕਮਰਿਆਂ ਵਿੱਚ ਵੰਡਿਆ ਹੋਇਆ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਬਾਹਰ ਦੇ ਕਮਰੇ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਹੈ ਅਤੇ ਅੰਦਰਲੇ ਕਮਰੇ ਨੂੰ ਅਤਿ ਪਵਿੱਤਰ ਸਥਾਨ ਕਿਹਾ ਜਾਂਦਾ ਹੈ।
ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਉੱਤੇ ਇੱਕ ਨਜ਼ਰ ਪਾਈਏ, ਜਿੱਥੇ ਅਸੀਂ ਅਤ ਪਵਿੱਤਰ ਅਸਥਾਨ ਦੀ ਗਵਾਹੀ ਪਾ ਸਕਦੇ ਹਾਂ। ਅਧਿਆਇ 21 ਵਚਨ 9, ਜਿਨ੍ਹਾਂ 7 ਦੂਤਾਂ ਕੋਲੋਂ 7 ਕਟੋਰੇ ਸਨ ਅਤੇ ਜਿਹੜੀਆਂ ਛਿੱਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਇੱਥੇ ਲੇਲਾ ਦੂਸਰੀ ਵਾਰੀ ਆਉਣ ਵਾਲੇ ਮਸੀਹ ਨੂੰ ਸੰਕੇਤ ਕਰਦਾ ਹੈ। ਦੂਸਰੇ ਸ਼ਬਦਾਂ ਵਿੱਚ ਦੂਸਰੀ ਵਾਰੀ ਆਉਣ ਵਾਲੇ ਮਸੀਹ ਪਿਤਾ ਪਰਮੇਸ਼ਵਰ ਹਨ। ਫਿਰ ਲੇਲੇ ਦੀ ਪਤਨੀ ਕੌਣ ਹੈ? ਉਹ ਸਾਡੀ ਮਾਤਾ ਅਰਥਾਤ ਮਾਤਾ ਪਰਮੇਸ਼ਵਰ ਹੈ। ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਵਚਨ 10, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉੱਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਸਵਰਗਦੂਤ ਨੇ ਸਵਰਗੀ ਮਾਤਾ ਜੀ ਨੂੰ ਪਵਿੱਤਰ ਨਗਰੀ ਯਰੂਸ਼ਲਮ ਦੇ ਰੂਪ ਵਿੱਚ ਦਿਖਾਇਆ। ਵਚਨ 11, ਉਹਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਰ ਵਰਗੀ ਸੀ, ਅਰਥਾਤ ਪੁਖਰਾਜ ਪੱਥਰ ਜਿਹੀ, ਜੋ ਬਲੌਰ ਦੀ ਨਿਆਈ ਨਿਰਮਲ ਹੋਵੇ। ਅਤੇ ਉਹਦੀ ਵੱਡੀ ਅਤੇ ਉੱਚੀ ਸ਼ਫੀਲ ਹੈ ਅਤੇ ਉਹਦੇ 12 ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ 12 ਦੂਤ ਅਤੇ ਉਹਨਾਂ ਉੱਤੇ ਨਾਉ ਲਿਖੇ ਹੋਏ ਸਨ, ਜਿਹੜੇ ਇਜ਼ਰਾਈਲ ਦੇ ਵੰਸ਼ ਦੀਆਂ 12 ਗੋਤਾਂ ਦੇ ਨਾਉ ਹਨ। ਚੜ੍ਹਦੀ ਵੱਲੇ 3 ਦਰਵਾਜ਼ੇ ਅਤੇ ਉੱਤਰ ਵੱਲੇ 3 ਦਰਵਾਜ਼ੇ ਅਤੇ ਦੱਖਣ ਵੱਲੇ 3 ਦਰਵਾਜ਼ੇ ਅਤੇ ਲਹਿੰਦੇ ਵੱਲੇ 3 ਦਰਵਾਜ਼ੇ ਹਨ। ਅਤੇ ਉਸ ਨਗਰੀ ਦੀ ਸ਼ਫੀਲ ਦੀਆਂ 12 ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ 12 ਰਸੂਲਾਂ ਦੇ ਨਾਉ ਹਨ। ਮੇਰੇ ਨਾਲ ਜਿਹੜਾ ਗੱਲਾਂ ਕਰਦਾ ਸੀ, ਉਹਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ। ਭਾਈ ਉਹ ਉਸ ਨਗਰੀ ਦੀ ਅਤੇ ਉਹਦੇ ਦਰਵਾਜ਼ਿਆਂ ਦੀ ਅਤੇ ਉਹਦੀ ਸ਼ਫੀਲ ਦੀ ਮਿੰਤੀ ਕਰੇ। ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹਦੀ ਉਚਾਈ ਹੈ ਉਨੀ ਉਹਦੀ ਲੰਬਾਈ ਹੈ। ਅਤੇ ਉਸਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ 1100 ਕੋਹ ਨਿਕਲੀ। ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ। ਸਵਰਗਦੂਤ ਨੇ ਰਸੂਲ ਯਹੂਨਾ ਨੂੰ ਕਿਹਾ ਕਿ ਉਹ ਉਸ ਨੂੰ ਆਕਾਸ਼ੋਂ ਉੱਤਰਦੀ ਲਾੜੀ ਅਰਥਾਤ ਲੇਲੇ ਦੀ ਪਤਨੀ ਵਿਖਾਵੇਗਾ। ਫਿਰ ਸਵਰਗਦੂਤ ਨੇ ਉਸ ਨੂੰ ਯਰੂਸ਼ਲਮ ਵਿਖਾਇਆ, ਜਿਸ ਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਬਰਾਬਰ ਸੀ। ਇਸ ਵਚਨ ਤੋਂ ਸਾਨੂੰ ਜੋ ਸਮਝਣਾ ਚਾਹੀਦਾ ਹੈ, ਉਹ ਡੇਰਿਆਂ ਦੇ ਪਰਬ, ਅੰਮ੍ਰਿਤ ਜਲ ਅਤੇ ਪਵਿੱਤਰ ਅਸਥਾਨ ਵਿਚਕਾਰ ਅੰਗਮੀ ਵਾਕ ਸੰਬੰਧ ਹੈ। ਪਰਮੇਸ਼ਵਰ ਨੇ ਰਸੂਲ ਯਹੂਨਾ ਨੂੰ ਦਿਖਾਇਆ ਕਿ ਯਰੂਸ਼ਲਮ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੈ। ਇਸ ਵਿੱਚ ਪਰਮੇਸ਼ਵਰ ਦੀ ਨਿਸ਼ਚਿਤ ਇੱਛਾ ਹੈ। ਆਓ ਅਸੀਂ ਰਾਜਿਆਂ ਦੀ ਪਹਿਲੀ ਪੋਥੀ ਦੇ ਅਧਿਆਇ 6 ਵਿੱਚ ਇਹ ਜਾਣੀਏ ਕਿ ਪਰਮੇਸ਼ਵਰ ਦੀ ਉਹ ਇੱਛਾ ਕੀ ਹੈ। ਅਧਿਆਇ 6 ਵਚਨ 14, ਸੋ ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹਨੂੰ ਸੰਪੂਰਨ ਕੀਤਾ। ਆਓ ਅਸੀਂ ਵਚਨ 15 ਦੇਖੀਏ। ਉਸਨੇ ਅੰਦਰਵਾਰ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ। ਭਵਨ ਦੇ ਥੱਲਿਓਂ ਲੈ ਕੇ ਛੱਤ ਤੀਕ ਅੰਦਰਵਾਰ ਲੱਕੜ ਨਾਲ ਕੱਜਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦੀਆਂ ਫੱਟਾਂ ਨਾਲ ਕੱਜਿਆ। ਅਤੇ ਉਸਨੇ ਭਵਨ ਦੇ ਪਿਛਲੇ ਪਾਸੇ 20 ਹੱਥ ਤੀਕ ਦਿਆਰ ਦੇ ਫੱਟਾਂ ਨਾਲ ਥੱਲਿਓਂ ਲੈ ਕੇ ਉਹਦੀਆਂ ਕੰਧਾਂ ਤੀਕ ਬਣਾਇਆ। ਉਹਦੇ ਅੰਦਰਵਾਰ ਵਿਚਲੀ ਕੋਠੜੀ ਨਾਲ ਅਰਥਾਤ ਅਤ ਪਵਿੱਤਰ ਸਥਾਨ ਲਈ ਉਹਨੂੰ ਬਣਾਇਆ। ਅਤੇ ਉਹ ਭਵਨ ਇਸਾਰੀ ਭਵਨ ਕਿਹਾ ਜਾਂਦਾ ਸੀ, ਕਿਉਂਕਿ ਇਹ ਪ੍ਰਵੇਸ਼ ਕਰਨ ਦੇ ਬੂਹੇ ਦੇ ਨੇੜੇ ਸੀ ਅਤੇ ਪਵਿੱਤਰ ਅਸਥਾਨ ਦੇ ਅੰਦਰ ਸਥਿਤ ਕਮਰੇ ਨੂੰ ਅੰਦਰਲਾ ਭਵਨ ਕਿਹਾ ਜਾਂਦਾ ਸੀ। ਅਤੇ ਉਹ ਭਵਨ ਅਰਥਾਤ ਸਾਹਮਣੀ ਹੈਕਲ 40 ਹੱਥ ਲੰਬੀ ਸੀ ਅਤੇ ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ। ਉਸ ਵਿੱਚ ਕਲੀਆਂ ਅਤੇ ਫੁੱਲ ਉਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ। ਭਵਨ ਦੇ ਵਿੱਚ ਅੰਦਰਲੀ ਵੱਲ ਵਿਚਲੀ ਕੋਠੜੀ ਸੀ, ਤਾਂ ਜੋ ਉੱਥੇ ਯਹੋਵਾ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ। ਅਤੇ ਵਿਚਲੀ ਕੋਠੜੀ ਦੇ ਅੰਦਰ ਦੀ ਕੋਠੜੀ ਨੂੰ ਕੀ ਕਿਹਾ ਜਾਂਦਾ ਸੀ? ਅਤ ਪਵਿੱਤਰ ਥਾਂ। ਪਾਸੇ ਦੀ ਲਮਾਨ 20 ਹੱਥ ਅਤੇ ਉਸ ਦੀ ਚੌੜਾਨ 20 ਹੱਥ ਅਤੇ ਉਚਾਨ ਵੀ 20 ਹੱਥ ਸੀ। ਅਤ ਪਵਿੱਤਰ ਥਾਂ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਉਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੋਵੇ। ਪਰਮੇਸ਼ਵਰ ਨੇ ਮੂਸਾ ਨੂੰ ਜੋ ਦਿਖਾਇਆ, ਉਸ ਨਮੂਨੇ ਦੇ ਅਨੁਸਾਰ ਹੀ ਤੰਬੂ ਦਾ ਨਿਰਮਾਣ ਕਰਨ ਦੀ ਆਗਿਆ ਦਿੱਤੀ। ਅਤ ਪਵਿੱਤਰ ਥਾਂ ਦੇ ਇਲਾਵਾ ਅਜਿਹੀ ਕੋਈ ਜਗ੍ਹਾ ਨਹੀਂ ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੋਵੇ। ਫਿਰ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਰਸੂਲ ਯਹੂਨਾ ਦੇ ਦਰਸ਼ਨ ਅਨੁਸਾਰ ਅਤ ਪਵਿੱਤਰ ਥਾਂ ਕਿਸ ਨੂੰ ਸੰਕੇਤ ਕਰਦੀ ਹੈ? ਉਹ ਯਰੂਸ਼ਲਮ ਨੂੰ ਸੰਕੇਤ ਕਰਦੀ ਹੈ। ਗਲਾਤੀਆਂ ਅਧਿਆਇ 4 ਉਤਲੇ ਯਰੂਸ਼ਲਮ ਨੂੰ ਕੀ ਕਹਿੰਦਾ ਹੈ? ਇਹ ਸਾਡੀ ਮਾਤਾ ਹੈ। ਪਵਿੱਤਰ ਅਸਥਾਨ ਵਿੱਚ ਅਤ ਪਵਿੱਤਰ ਥਾਂ ਸਭ ਤੋਂ ਪਵਿੱਤਰ ਜਗ੍ਹਾ ਹੈ। ਪਿਤਾ ਜੀ ਨੇ ਮੈਂ ਮਾਤਾ ਦਾ ਪਾਲਨ ਕਰਦਾ ਕਿਉਂ ਕਿਹਾ? ਕਿ ਸਾਨੂੰ ਇਸ ਦੇ ਬਾਰੇ ਸੋਚਣ ਦੀ ਲੋੜ ਨਹੀਂ। ਐਲੀਸ਼ਾ ਨੇ ਏਲੀਆ ਦਾ ਪਾਲਨ ਕੀਤਾ, ਯਹੋਸ਼ੂਆ ਨੇ ਮੂਸਾ ਦਾ ਪਾਲਨ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਨ ਕੀਤਾ ਅਤੇ ਮੈਂ ਮਾਤਾ ਦਾ ਪਾਲਨ ਕਰਦਾ। ਅੱਜ ਆਓ ਅਸੀਂ ਇੱਕ ਹੋਰ ਵਾਰ ਸੋਚੀਏ ਕਿ ਕਿਉਂ ਪਿਤਾ ਜੀ ਨੇ ਇਸ ਤਰ੍ਹਾਂ ਕਿਹਾ। ਸਾਨੂੰ ਵੀ
ਅਸੀਂ ਮਾਤਾ ਦਾ ਪਾਲਨ ਕਰਦੇ ਹਾਂ ਕਹਿਣ ਵਿੱਚ ਯੋਗ ਹੋਣਾ ਚਾਹੀਦਾ ਹੈ। ਆਓ ਅਸੀਂ ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਮਾਤਾ ਜੀ ਦਾ ਅੰਤ ਤੱਕ ਪਾਲਨ ਕਰੀਏ ਅਤੇ ਵਿਸ਼ਵ ਖੁਸ਼ਖਬਰੀ ਨੂੰ ਪੂਰਾ ਕਰੀਏ ਤਾਂ ਜੋ ਅਸੀਂ ਸਭ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕੀਏ। ਹਿਜਕੇਲ ਦੇ ਅਨੁਸਾਰ ਜਿੱਥੇ ਕਿਤੇ ਮਾਤਾ ਜੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਉੱਥੇ ਕੀ ਹੋਵੇਗਾ? ਸਭ ਜੀਵ ਜੰਤੂ ਜਿਉਣਗੇ। ਅੱਜ ਡੇਰਿਆਂ ਦੇ ਇਸ ਪਰਵ ਵਿੱਚ ਕਿ ਸਾਡੇ ਇਸ ਗੱਲ ਨੂੰ ਸਮਝਣਾ ਕਿ ਅੰਮ੍ਰਿਤ ਜਲ ਦਾ ਸੋਤਾ ਕੌਣ ਹੈ ਜ਼ਰੂਰੀ ਨਹੀਂ ਹੈ। ਯੇਜਕੇਲ ਅਧਿਆਇ 47 ਕਹਿੰਦਾ ਹੈ ਕਿ ਅੰਮ੍ਰਿਤ ਜਲ ਪਵਿੱਤਰ ਅਸਥਾਨ ਤੋਂ ਨਿਕਲਦਾ ਹੈ। ਪਵਿੱਤਰ ਅਸਥਾਨ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਅੰਦਰਲੇ ਭਾਗ ਨੂੰ ਅਤ ਪਵਿੱਤਰ ਥਾਂ ਕਿਹਾ ਜਾਂਦਾ ਹੈ ਅਤੇ ਬਾਹਰੀ ਭਾਗ ਨੂੰ ਪਵਿੱਤਰ ਅਸਥਾਨ ਕਿਹਾ ਜਾਂਦਾ ਹੈ। ਸਿਰਫ ਅਤ ਪਵਿੱਤਰ ਥਾਂ ਵਿੱਚ ਹੀ ਜੀਵਨ ਦਾ ਬਿਰਛ ਪਾਇਆ ਜਾਂਦਾ ਹੈ। ਉੱਥੇ ਕਰੂਬ ਅਤੇ ਨੇਮ ਦਾ ਸੰਦੂਕ ਵੀ ਹੈ। ਕਰੂਬਾਂ ਦੇ ਅਤ ਪਵਿੱਤਰ ਥਾਂ ਵਿੱਚ ਹੋਣ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਉੱਥੇ ਜੀਵਨ ਦਾ ਬਿਰਛ ਹੋਣਾ ਚਾਹੀਦਾ ਹੈ। ਅਤ ਪਵਿੱਤਰ ਥਾਂ ਵਿੱਚ ਹੀ ਜੀਵਨ ਦਾ ਬਿਰਛ ਹੈ। ਅਤ ਪਵਿੱਤਰ ਥਾਂ ਵਿੱਚ ਹੀ ਮਹਾਯਾਜਕ ਸਾਲ ਵਿੱਚ ਸਿਰਫ ਇੱਕ ਵਾਰ ਹੀ ਪ੍ਰਵੇਸ਼ ਕਰ ਸਕਦੇ ਸੀ। ਜਦੋਂ ਅਸੀਂ ਆਤਮਿਕ ਨਜ਼ਰੀਏ ਨਾਲ ਇਹ ਵਿਚਾਰ ਕਰਦੇ ਹਾਂ ਕਿ ਅਤ ਪਵਿੱਤਰ ਥਾਂ ਕਿੰਨੀ ਪਵਿੱਤਰ ਹੈ, ਫਿਰ ਕੀ ਸਾਨੂੰ ਉਸ ਤਰੀਕੇ ਨੂੰ ਵੀ ਸਮਝਣਾ ਨਹੀਂ ਚਾਹੀਦਾ ਜਿਸ ਤੋਂ ਅਸੀਂ ਪਿਤਾ ਅਤੇ ਮਾਤਾ ਜੀ ਦੀ ਸੇਵਾ ਅਤੇ ਆਦਰ ਕਰਦੇ ਹਾਂ? ਮੈਂ ਤੁਹਾਨੂੰ ਇੱਕ ਹੋਰ ਵਾਰ ਪੁੱਛਦਾ ਹਾਂ ਕਿ ਸਾਡਾ ਇਸ ਗੱਲ ਤੇ ਵਿਚਾਰ ਕਰਨਾ ਜ਼ਰੂਰੀ ਨਹੀਂ? ਅੱਜ ਡੇਰਿਆਂ ਦੇ ਪਰਵ ਵਿੱਚ ਪਰਮੇਸ਼ਵਰ ਨੇ ਸਾਡੇ ਉੱਤੇ ਬਹੁਤਾਤ ਨਾਲ ਪਿਛਲੇ ਮੀਂਹ ਦਾ ਪਵਿੱਤਰ ਆਤਮਾ ਬਰਸਾ ਦਿੱਤਾ ਹੈ। ਸੈਂਕੜਿਆਂ ਵਾਰ ਡੇਰਿਆਂ ਦਾ ਪਰਵ ਮਨਾ ਕੇ ਵੀ ਜੇਕਰ ਤੁਸੀਂ ਇਹ ਨਾ ਜਾਣੋ ਭਾਈ ਸਵਰਗੀ ਮਾਤਾ ਜੀ ਕੌਣ ਹਨ, ਫਿਰ ਉਹ ਪਵਿੱਤਰ ਆਤਮਾ ਜੋ ਤੁਸੀਂ ਪਾਇਆ ਹੈ ਵਿਅਰਥ ਹੋਵੇਗਾ। ਪਿਤਾ ਜੀ ਨੇ ਡੇਰਿਆਂ ਦਾ ਪਰਵ ਮਨਾਉਣ ਵਾਲੀ ਆਪਣੀ ਸੰਤਾਨਾਂ ਨੂੰ ਮੈਂ ਮਾਤਾ ਦਾ ਪਾਲਨ ਕਰਦਾ ਕਹਿੰਦੇ ਹੋਏ ਅੰਮ੍ਰਿਤ ਜਲ ਦਾ ਸੋਤਾ ਅਰਥਾਤ ਮਾਤਾ ਪਰਮੇਸ਼ਵਰ ਬਾਰੇ ਸਿਖਾਇਆ ਹੈ। ਅੱਜ ਆਓ ਅਸੀਂ ਇਸ ਗੱਲ ਉੱਤੇ ਮਨਨ ਕਰੀਏ ਕਿ ਪਿਤਾ ਜੀ ਨੇ ਸਾਨੂੰ ਇਹ ਸਿੱਖਿਆ ਕਿਉਂ ਦਿੱਤੀ ਹੈ ਅਤੇ ਸਾਨੂੰ ਅੰਮ੍ਰਿਤ ਜਲ ਦੇਣ ਵਾਲੇ ਆਤਮਾ ਅਤੇ ਲਾੜੀ ਦੇ ਸਾਨੂੰ ਕਿਤੇ ਵੀ ਲਿਜਾਣ ਤੇ ਅੰਤ ਤੱਕ ਉਹਨਾਂ ਦਾ ਪਾਲਨ ਕਰੀਏ। ਪਿਤਾ ਅਤੇ ਮਾਤਾ ਜੀ, ਮੈਂ ਤੁਹਾਨੂੰ ਸਿਉਣ ਦੀਆਂ ਸੰਤਾਨਾਂ ਉੱਤੇ ਪਵਿੱਤਰ ਆਤਮਾ ਦੀ ਆਸ਼ੀਸ਼ ਅਤੇ ਪਵਿੱਤਰ ਆਤਮਾ ਦੇ ਬਹੁਤ ਫਲ ਪੈਦਾ ਕਰਨ ਦੀ ਆਸ਼ੀਸ਼ ਬਰਸਾਉਣ ਲਈ ਬੇਨਤੀ ਕਰਦਾ ਹਾਂ। ਹੁਣ ਮੈਨੂੰ ਅੱਜ ਦਾ ਉਪਦੇਸ਼ ਸਮਾਪਤ ਕਰਨ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।